हालेलुया। सारिਆਂ ਨੂੰ ਜੈ ਮਸੀਹ ਦੀ। परमेश्वर ਦੀ पवित्र हजूर भी ਤੁਹਾਡਾ ਸਭ ਦਾ स्वागत है। ਬਾਈਬਲ 'ਚ ਲਿਖਿਆ ਕਿ ਅਸੀਂ परमेश्वर ਦੇ ਨਾਲ ਕਿੱਦਾਂ ਸਹਿਭਾਗਿਤਾ ਕਰਦੇ ਹਾਂ। ਕਿੱਦਾਂ? नंबर 1 ਉਹ ਹੈ ਪ੍ਰਾਰਥਨਾ ਦੇ ਦੁਆਰਾ। नंबर 2 ਉਹ ਹੈ ਵਰਸ਼ਿਪ ਦੇ ਦੁਆਰਾ। नंबर 3 ਉਹ ਹੈ ਵਚਨ ਦੇ ਦੁਆਰਾ। नंबर 4 ਉਹ ਹੈ ਕਮਿਊਨੀਅਨ ਦੇ ਦੁਆਰਾ। परमेश्वर ਦੇ बदन और लहू ਦੇ ਦੁਆਰਾ। मैं ਤੁਹਾਨੂੰ ਦੱਸਾਂਗਾ ਕਿਉਂ परमेश्वर ਦੇ बदन और लहू ਦੇ ਨਾਲ ਅਸੀਂ परमेश्वर ਦੇ ਨਾਲ ਮਿਲ ਜਾਵਾਂਗੇ। इट इज ए प्रॉमिस ऑफ गॉड। ਇਹ परमेश्वर ਦਾ ਵਾਅਦਾ ਹੈ ਕਿ ਤੁਸੀਂ ਮੇਰੇ बदन ਤੇ ਮੇਰੇ लहू ਨੂੰ ਜਦੋਂ ਗ੍ਰਹਿਣ ਕਰੋਗੇ मैं ਤੁਹਾਡੇ ਅੰਦਰ ਵਾਸ ਕਰਾਂਗਾ। अंत ਦੇ ਸਮੇਂ ਦੇ ਅੰਦਰ ਕੀ ਹੋਏਗਾ? ਜਿਹੜਾ अंत ਦਾ ਸਮਾਂ ਚੱਲ ਰਿਹਾ ਹੈ ਉਹ ਕੀ ਹੋਏਗਾ? ਵਚਨ 'ਚ ਲਿਖਿਆ ਸ਼ੈਤਾਨ ਆਪਣੀ ਮੋਹਰ ਲਗਾਏਗਾ ਲੋਕਾਂ ਦੇ ਉੱਤੇ। अंत ਦੇ ਸਮੇਂ ਵਿੱਚ ਸ਼ੈਤਾਨ ਲੋਕਾਂ ਉੱਤੇ ਆਪਣੀ ਮੋਹਰ ਲਗਾਏਗਾ। 666 ਦੀ ਮੋਹਰ ਦਿੱਤੀ ਜਾਏਗੀ ਔਰ ਕਲੀਸਿਆ ਇਹ ਆਉਣ ਵਾਲੇ 50 ਸਾਲਾਂ 'ਚ ਨਹੀਂ, ਇਹ ਆਉਣ ਵਾਲੇ 3 ਤੋਂ 5 ਸਾਲ 'ਚ ਹੋਣ ਲਈ ਜਾ ਰਿਹਾ ਹੈ। ਸ਼ੈਤਾਨ ਦੀ ਮੋਹਰ ਲੱਗਣੀ ਸ਼ੁਰੂ ਹੋ ਜਾਏਗੀ। ਅਮਰੀਕਾ ਦੇ ਵਿੱਚ, ਇੰਗਲੈਂਡ ਦੇ ਵਿੱਚ, ਆਸਟ੍ਰੇਲੀਆ ਦੇ ਵਿੱਚ, ਇੰਡੀਆ ਦੇ ਵਿੱਚ, ਯੂਰਪ ਦੇ ਅੰਦਰ ਇੱਕ ਛੋਟੀ ਚਿਪ ਜਿਹੜੀ ਇਨਸਾਨ ਦੇ ਮੱਥੇ ਦੇ ਉੱਤੇ ਔਰ ਇਨਸਾਨ ਦੇ ਹੱਥ ਦੇ ਉੱਤੇ ਲਗਾਈ ਜਾਏਗੀ ਔਰ ਉਹ ਚਿਪ ਦੇ ਵਿੱਚ ਸਾਰਾ ਰਿਕਾਰਡ ਹੋਏਗਾ। ਇਹ ਲੱਗਣੀ ਸ਼ੁਰੂ ਹੋ ਜਾਏਗੀ। ਲੇਕਿਨ ਬਾਈਬਲ 'ਚ ਲਿਖਿਆ ਕਿ ਜਿਨ੍ਹਾਂ ਦੇ ਉੱਤੇ ਪਵਿੱਤਰ ਆਤਮਾ ਨੇ ਮੋਹਰ ਦਿੱਤੀ ਹੈ, ਜਿਨ੍ਹਾਂ ਦੀ ਆਤਮਾ ਦੇ ਉੱਤੇ ਪਵਿੱਤਰ ਆਤਮਾ ਦੀ ਛਾਪ ਲੱਗੀ ਹੈ, ਉਹ ਉਸ ਪਸ਼ੂ ਦੀ ਛਾਪ ਨਹੀਂ ਲੈਣਗੇ। ਉਹ ਉਸ ਪਸ਼ੂ ਦੀ ਛਾਪ ਨਹੀਂ ਲੈਣਗੇ। ਔਰ ਵਚਨ ਆਖਦਾ ਹੈ ਕਿ ਜਿਹੜੇ ਵਿਅਕਤੀ ਉਹ ਪਸ਼ੂ ਦੀ ਛਾਪ ਨਹੀਂ ਲੈਣਗੇ ਉਹ ਧਰਤੀ ਦੇ ਉੱਤੇ ਕੋਈ ਲੈਣ ਦੇਣ ਨਹੀਂ ਕਰ ਸਕਣਗੇ। ਧਰਤੀ ਉੱਤੇ ਕੋਈ ਲੈਣ ਦੇਣ ਨਹੀਂ ਕਰ ਸਕਣਗੇ। ਉਹ ਰਾਸ਼ਨ ਨਹੀਂ ਖਰੀਦ ਸਕਣਗੇ, ਕੋਈ ਚੀਜ਼ਾਂ ਨੂੰ ਪਰਚੇਜ਼ ਨਹੀਂ ਕਰ ਸਕਣਗੇ, ਕੱਪੜੇ ਬਾਈ ਨਹੀਂ ਕਰ ਸਕਣਗੇ, ਪ੍ਰੋਪਰਟੀ ਬਾਈ ਨਹੀਂ ਕਰ ਸਕਣਗੇ, ਕਾਰਾਂ ਬਾਈ ਨਹੀਂ ਕਰ ਸਕਣਗੇ, ਉਹ ਕੁਝ ਵੀ ਚੀਜ਼ਾਂ ਖਰੀਦ ਨਹੀਂ ਸਕਣਗੇ। ਫਿਰ ਕਿਸ ਤਰ੍ਹਾਂ ਪਰਮੇਸ਼ਵਰ ਦੇ ਲੋਕ ਧਰਤੀ ਉੱਤੇ ਸਰਵਾਈਵ ਕਰਨਗੇ? ਬਾਈਬਲ 'ਚ ਲਿਖਿਆ, ਅਸੀਂ ਵਚਨ 'ਚ ਚੱਲਦੇ ਹਾਂ, ਕਿਸ ਤਰ੍ਹਾਂ ਪਰਮੇਸ਼ਵਰ ਅੰਤ ਸਮੇਂ ਦੇ ਅੰਦਰ ਆਪਣੀ ਕਲੀਸਿਆ ਨੂੰ ਸਾਮਰਥ ਦੇਣ ਲਈ ਜਾ ਰਿਹਾ ਹੈ। ਕਿਸ ਤਰ੍ਹਾਂ ਅੰਤ ਸਮੇਂ ਦੇ ਵਿੱਚ ਪਰਮੇਸ਼ਵਰ ਆਪਣੀ ਕਲੀਸਿਆ ਉੱਤੇ ਅਨੁਗ੍ਰਹ ਉਤਾਰਨ ਲਈ ਜਾ ਰਿਹਾ ਹੈ। ਪਰਮੇਸ਼ਵਰ ਆਪਣਾ ਫੇਵਰ ਉਤਾਰਨ ਲਈ ਜਾ ਰਿਹਾ ਹੈ। ਹਾਲੇਲੂਇਆ। ਬਾਈਬਲ 'ਚ ਲਿਖਿਆ ਉਤਪਤੀ ਦੀ ਪੁਸਤਕ 14 ਅਧਿਆਇ ਉਹਦੀ 18, 19 ਤੇ 20 ਆਇਤ 'ਚ ਲਿਖਿਆ, तब शालेम का राजा मलिक सदिक जो परम प्रधान ईश्वर का जाजक था रोटी और दाखमधु ले आया और उसने इब्राहिम को ये आशीर्वाद दिया, परम प्रधान ईश्वर की ओर से जो आकाश और पृथ्वी का अधिकारी है, तू ब्लेस हो और धन्य है परम प्रधान ईश्वर जिसने तेरे द्रोहियों को तेरे वश में कर दिया। तब इब्राहिम ने उसे सब वस्तुओं का दुश्मंश दिया। हालेलुया। शालेम दा राजा मलिक सदिक, जदों इब्राहिम अपने भतीजे लूत ਨੂੰ ਛੁਡਾ ਕੇ ਵਾਪਸ ਲੈ ਕੇ ਆ ਰਿਹਾ ਸੀ, ਉਹਦੇ ਲੂਤ ਨੂੰ, ਉਹਦੀ ਪਤਨੀ ਨੂੰ, ਬੱਚਿਆਂ ਨੂੰ, ਉਹਦੇ ਮਾਲ ਡੰਗਰ ਨੂੰ, ਉਹਦੀ ਧਨ ਦੌਲਤ ਨੂੰ ਛੁਡਾ ਕੇ ਵਾਪਸ ਲੈ ਆ ਰਿਹਾ ਸੀ, ਤਾਂ ਰਸਤੇ ਦੇ ਅੰਦਰ ਉਹਦੀ शालेम ਦੇ ਰਾਜਾ ਮਲਿਕ ਸਦਿਕ ਦੇ ਨਾਲ ਪੇਂਟ ਹੋਈ। ਔਰ ਜਦੋਂ ਇਬਰਾਹਿਮ ਮਲਿਕ ਸਦਿਕ ਨੂੰ ਮਿਲਿਆ, ਮਲਿਕ ਸਦਿਕ ਬਾਈਬਲ 'ਚ ਲਿਖਿਆ ਰੋਟੀ ਤੇ ਦਾਖਮਧੂ ਲੈ ਕੇ ਆਇਆ ਸੀ। ਕੀ ਲੈ ਕੇ ਆਇਆ? ਬ੍ਰੈਡ ਤੇ ਜੂਸ। ਰੋਟੀ ਤੇ ਦਾਖਮਧੂ ਲੈ ਕੇ ਆਇਆ ਔਰ ਉਹਨੇ ਇਬਰਾਹਿਮ ਨੂੰ ਉਹਨੇ ਆ ਕੇ ਰੋਟੀ ਤੇ ਦਾਖਮਧੂ ਦਿੱਤਾ। ਔਰ ਬਾਈਬਲ 'ਚ ਲਿਖਿਆ ਇਬਰਾਹਿਮ ਨੇ ਆਪਣੇ ਸਾਰੇ ਦਸ਼ਵੰਸ਼ ਨੂੰ ਮਲਿਕ ਸਦਿਕ ਨੂੰ ਦਿੱਤਾ। ਮਲਿਕ ਸਦਿਕ ਦਾ ਬਾਈਬਲ 'ਚ ਕਿਤੇ ਜ਼ਿਕਰ ਨਹੀਂ ਹੈ, ਲੇਕਿਨ ਜੇ ਤੁਸੀਂ ਬਾਈਬਲ ਸਕਾਲਰਸ ਜਿਹੜੇ ਦੱਸਦੇ ਹਨ ਕਿ ਇਹ ਮਲਿਕ ਸਦਿਕ ਪਰਮੇਸ਼ਵਰ ਯਹੋਵਾ ਆਪ ਸੀ, ਲੇਕਿਨ ਕਈ ਲੋਕ ਸੋਚਦੇ ਹਨ
ਕਿ ਇਹ ਸ਼ੇਮ ਦੇ ਵੰਸ਼ ਦੇ ਵਿੱਚੋਂ ਸੀ, ਖੁਦ ਸ਼ੇਮ ਸੀ। ਲੇਕਿਨ ਅਸੀਂ ਇਸ ਜਗ੍ਹਾ ਤੇ ਦੇਖਦੇ ਹਾਂ ਕਿ ਉਹ ਪਰਮ ਪ੍ਰਧਾਨ ਦਾ, ਸ਼ਾਲੇਮ ਦਾ ਰਾਜਾ, ਉਹ ਰਾਜਾ ਵੀ ਹੈ ਤੇ ਯਾਜਕ ਵੀ ਹੈ। ਇਸ ਜਗ੍ਹਾ ਤੇ ਯਾਜਕ ਵੀ ਲਿਖਿਆ ਤੇ ਰਾਜਾ ਵੀ ਲਿਖਿਆ। ਇਸ ਲਈ ਯीशु ਮਸੀਹ ਰਾਜਾ ਵੀ ਸੀ ਤੇ ਯीशु ਮਸੀਹ ਯਾਜਕ ਵੀ ਸੀ। ਦਾਊਦ ਰਾਜਾ ਵੀ ਸੀ ਤੇ ਯਾਜਕ ਵੀ ਸੀ। ਇਸ ਲਈ ਉਹ ਦਾਖਮਧੂ, ਰੋਟੀ ਦਾਖਮਧੂ ਲੈ ਕੇ ਆਇਆ ਔਰ ਉਹਨੇ ਰੋਟੀ ਤੇ ਦਾਖਮਧੂ ਇਬਰਾਹਿਮ ਨੂੰ ਦਿੱਤਾ। ਔਰ ਬਾਈਬਲ 'ਚ ਲਿਖਿਆ ਉਸ ਤੋਂ ਬਾਅਦ ਪਰਮੇਸ਼ਵਰ ਨੇ ਉਹਦਾ ਨਾਮ ਬਦਲ ਦਿੱਤਾ, ਇਬਰਾਹਿਮ ਤੋਂ ਇਬਰਾਹਿਮ ਕਰ ਦਿੱਤਾ। ਜਦੋਂ ਤੁਸੀਂ ਪਰਮੇਸ਼ਵਰ ਦੇ ਬਦਨ ਤੇ ਦਾਖਮਧੂ ਦੇ ਅੰਦਰ ਹਿੱਸਾ ਲੈਂਦੇ ਹੋ, ਤੁਸੀਂ ਨਹੀਂ ਜਾਣਦੇ ਤੁਹਾਡੇ ਉੱਤੇ, ਤੁਹਾਡੇ ਅੰਦਰ ਕਿਹੜੀ ਸਾਮਰਥ ਪ੍ਰਵੇਸ਼ ਕਰ ਰਹੀ ਹੈ, ਕਿਹੜੀ ਸਾਮਰਥ ਤੁਹਾਡੇ ਉੱਤੇ ਆ ਰਹੀ ਹੈ। ਜਿਸ ਪਵਿੱਤਰ ਆਤਮਾ ਨੇ ਯीशु ਮਸੀਹ ਨੂੰ ਮੁਰਦਾ ਦੇਹ ਚੋਂ ਜਿਲਾਇਆ, ਉਹ ਪੁਨਰੁੱਥਾਨ ਦਾ ਆਤਮਾ ਤੁਹਾਡੇ ਅੰਦਰ ਵਾਸ ਕਰਦਾ ਹੈ। ਜਿਸ ਆਤਮਾ ਨੇ ਯीशु ਮਸੀਹ ਨੂੰ ਮੁਰਦਾ ਦੇਹ ਤੋਂ ਜਿਲਾਇਆ। ਔਰ ਇਬਰਾਹਿਮ ਨੇ ਬਿਲਕੁਲ ਇਮਾਨਦਾਰੀ ਦੇ ਨਾਲ ਮਲਿਕ ਸਦੀਕ ਨੂੰ ਸਾਰੀਆਂ ਵਸਤੂਆਂ ਦਾ ਦਸ਼ਵਾਂਸ਼ ਦਿੱਤਾ। ਇਹਦਾ ਮਤਲਬ ਇਬਰਾਹਿਮ ਆਪਣੇ ਪਰਮੇਸ਼ਵਰ ਦੇ ਨਾਲ ਇੱਕ ਕਮਿਟਮੈਂਟ ਦੇ ਅੰਦਰ ਆ ਗਿਆ, ਇੱਕ ਕਮਿਟਮੈਂਟ ਦੇ ਅੰਦਰ ਆ ਗਿਆ। ਇਸ ਲਈ ਬਾਈਬਲ 'ਚ ਲਿਖਿਆ ਪਰਮੇਸ਼ਵਰ ਆਪਣੇ ਬਦਨ ਤੇ ਲਹੂ ਦੀ ਵਾਚਾ ਨੂੰ ਅੰਤ ਸਮੇਂ ਤੱਕ ਪੂਰਾ ਕਰੇਗਾ। ਬੋਲੋ ਆਮੇਨ, ਬੋਲੋ ਆਮੇਨ। ਹਜੇ ਤੁਹਾਨੂੰ ਸਮਝ ਨਹੀਂ ਲੱਗੀ, ਲੇਕਿਨ ਜਿੱਦਾਂ ਵਚਨ ਖੁੱਲੇਗਾ, ਵਚਨ ਦਾ ਪ੍ਰਕਾਸ਼ਨ ਖੁੱਲੇਗਾ, ਤੁਹਾਨੂੰ ਸਮਝ ਆਏਗੀ ਕਿ ਕਿਸ ਤਰ੍ਹਾਂ ਪਰਮੇਸ਼ਵਰ ਆਪਣੇ ਬਦਨ ਤੇ ਆਪਣੇ ਲਹੂ ਦੀ ਵਾਚਾ ਨੂੰ ਅੰਤ ਤੱਕ ਪੂਰਾ ਕਰੇਗਾ। ਹਾਲੇਲੂਇਆ। ਅਸੀਂ ਵਚਨ ਨੂੰ ਦੇਖਦੇ ਹਾਂ, ਨਿਰਗਮਨ ਦੀ ਪੁਸਤਕ 24 ਅਧਿਆਏ ਉਹਦੀ 1 ਆਇਤ ਤੋਂ पढ़ो, 1 ਤੋਂ 11 तक पढ़ो। फिर उसने मूसा से कहा, तू हारून, नादाब, अबीहू और इस्राएलियों के 70 पुरनियों समेत यहोवा के पास ऊपर आकर दूर से दंडवत करना। केवल मूसा यहोवा के समीप आए, परंतु वे समीप न आए और दूसरे लोग उसके संग ऊपर न आए। मूसा ने लोगों के पास जाकर यहोवा की सब बातें और सब नियम सुना दिए। तब सब लोग एक स्वर में बोल उठे, जितनी बातें यहोवा ने कही हैं उन सब बातों को हम मानेंगे। तब मूसा ने यहोवा के सब वचन लिख दिए और बड़े सवेरे उठकर पर्वत के नीचे एक वेदी और इस्राएल के 12 गोत्रों के अनुसार 12 खंबे भी बनवाए। तब उसने कई इस्राएली जवानों को भेजा, जिन्होंने यहोवा के लिए होम बलि और बैलों के मेल बलि चढ़ाए। और मूसा ने आधा लहू लेकर कटोरों में रखा और आधा वेदी पर छिड़क दिया। तब वाचा की पुस्तक को लेकर लोगों को पढ़कर सुनाया। उसे सुनकर उन्होंने कहा, जो कुछ यहोवा ने कहा है उस सब को हम करेंगे और उसकी आज्ञा मानेंगे। तब मूसा ने लहू को लेकर लोगों पर छिड़क दिया और उनसे कहा, देखो यह उस वाचा का लहू है जिसे यहोवा ने इन सब वचनों पर तुम्हारे साथ बांधी है। तब मूसा, हारून, नादाब, अबीहू और इस्राएलियों के 70 पुरनिये ऊपर गए और इस्राएल ने परमेश्वर का दर्शन किया। और उसके चरणों तले नीलमणि का चबूतरा सा कुछ था, जो आकाश के तुल्य ही स्वच्छ था। और उसने इस्राएलियों के प्रधानों पर हाथ न बढ़ाया। तब उन्होंने परमेश्वर का दर्शन किया और खाया पिया। हालेलुया। बाइबल च लिखा परमेश्वर ने मूसा ਨੂੰ ਕਿਹਾ, मूसा तू हारून, नादाब, अबीहू और इजराइल ਦੇ 70 ਪੂਰਨੀਆਂ ਨੂੰ ਲੈ ਕੇ ਮੇਰੇ ਪਵਿੱਤਰ ਪਰਬਤ ਦੇ ਕੋਲ ਆ। ਲੇਕਿਨ ਉਹ ਦੂਰ ਤੋਂ ਹੀ ਮੈਨੂੰ ਦੇਖ ਸਕਦੇ ਹਨ, ਲੇਕਿਨ मूसा ਤੂੰ ਮੇਰੇ ਕੋਲ ਆਈ। नादाब, अबीहू और 70 ਪੂਰਨੀਏ दूर तो दंडवत करन। लेकिन परमेश्वर ने मूसा ਨੂੰ ਕਿਹਾ केवल मूसा ही मेरे कोल आए। और जदों मूसा परमेश्वर दे कोल आया, परमेश्वर ने मूसा ਨੂੰ कुछ नियम दिते और मूसा ने जाके वो सारे नियम इजराइलियों ਨੂੰ सुना दिते। और इजराइली लोगों ने कहा असी निश्चय ही सारियां गल्लां ਨੂੰ ਮੰਨਾਂਗੇ। हालेलुया, हालेलुया। ਕੀ ਤੁਸੀਂ ਇਹ ਵਚਨਬੱਧ ਹੋ ਕਿ ਤੁਸੀਂ ਬਾਈਬਲ ਦੇ ਵਿੱਚ ਸਾਰੀਆਂ ਗੱਲਾਂ ਨੂੰ ਮੰਨਦੇ ਹੋ? ਕਿ ਤੁਸੀਂ ਆਗਿਆਵਾਂ ਨੂੰ ਮੰਨਦੇ ਹੋ? ਆਪਣੀ ਬਾਈਬਲ ਨੂੰ ਉਠਾ ਕੇ ਕਹਿ ਸਕਦੇ ਹੋ ਕਿ ਪਰਮੇਸ਼ਵਰ ਅਸੀਂ ਤੇਰੀਆਂ ਸਾਰੀਆਂ ਗੱਲਾਂ ਨੂੰ ਮੰਨਦੇ ਹਾਂ, ਜੋ ਤੂੰ ਸਾਡੇ ਨਾਲ ਗੱਲਾਂ ਕਰਦਾ ਹੈ, ਜੋ ਤੂੰ ਸਾਨੂੰ ਆਪਣੇ ਵਚਨ ਦਿੱਤੇ ਹਨ।
ਆਪਣੇ ਲਹੂ ਦੇ ਨਾਲ ਮਸਾ ਕਰਕੇ ਅਸੀਂ ਤੇਰੀਆਂ ਸਾਰੀਆਂ ਆਗਿਆਵਾਂ ਨੂੰ ਮੰਨਦੇ ਹਾਂ। मूसा ਨੂੰ जो यहोवा ने वचन दिते, वो वचन परमेश्वर ने लिख के वचन दिते और मूसा ने वो वचन इजराइलियां ਨੂੰ ਸੁਣਾਏ। और बाइबल च लिखिया उन्हें कटोरे विच लहू लिया, अद्धा लहू कटोरे विच रखिया, अद्धा लहू वेदी उते छिड़क दिता और उन्हें सारियां गल्लां इजराइली लोकां ਨੂੰ पढ़ के सुनाइयां। और इजराइली लोकां ने कहा असी सारे वचनां ਨੂੰ ਮੰਨਾਂਗੇ, क्योंकि मूसा ने जदों लोकां उते लहू ਨੂੰ छिड़किया ਤਾਂ ਉਹਨੇ ਕਿਹਾ ਇਹ ਵਾਚਾ ਦਾ ਲਹੂ ਹੈ। ਲੇਕਿਨ ਵਾਚਾ ਦਾ ਲਹੂ ਤਾਂ ਨਵੇਂ ਨਿਯਮ ਦੇ ਅੰਦਰ, ਲੇਕਿਨ ਇਸ ਜਗ੍ਹਾ ਦੇ ਉੱਤੇ मूसा ਕਹਿ ਰਿਹਾ ਹੈ ਇਹ ਵਾਚਾ ਦਾ ਲਹੂ ਹੈ। ਔਰ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਨੇ ਪਰਮੇਸ਼ਵਰ ਦੇ ਨਾਲ ਵਾਚਾ ਬੰਨੀ ਔਰ ਸਾਰੇ 70 ਪੂਰਨੀਏ ਨਦਾਬ ਅਬੀਹੂ ਉੱਪਰ ਗਏ। ਉਹਨਾਂ ਨੇ ਬਾਈਬਲ 'ਚ ਲਿਖਿਆ ਪਰਮੇਸ਼ਵਰ ਦਾ ਦਰਸ਼ਨ ਕੀਤਾ ਔਰ ਉਹਨਾਂ ਨੇ ਪਰਮੇਸ਼ਵਰ ਦਾ ਦਰਸ਼ਨ ਵੀ ਕੀਤਾ ਔਰ ਉਹਨਾਂ ਨੇ ਪਰਮੇਸ਼ਵਰ ਦੇ ਨਾਲ ਖਾਦਾ ਤੇ ਪੀਤਾ ਵੀ, ਵਚਨ 'ਚ ਲਿਖਿਆ। ਹਾਲੇਲੂਇਆ। प्रभु यीशु मसीह ने कहा, प्रकाशित वाक्य 3:20 च लिखिया, मैं तेरे दिल दे द्वार ते खड़ा होके खड़काउंदा हां, जो कोई दरवाजा खोलेगा मैं ਉਹਦੇ दिल दे अंदर आवांगा ਤਾਂ मैं ਉਹਦੇ ਨਾਲ ਆ ਕੇ ਭੋਜਨ ਕਰਾਂਗਾ, ਉਹ ਮੇਰੇ ਨਾਲ। ਬੋਲੋ ਆਮੇਨ। ਧਿਆਨ ਦੇ ਨਾਲ ਇਸ ਵਚਨ ਨੂੰ ਪੜੋ। ਪ੍ਰਕਾਸ਼ਿਤ ਵਾਕਿਆ 3:20 ਚ ਲਿਖਿਆ, ਪ੍ਰਭੂ ਨੇ ਕਿਹਾ मैं ਤੁਹਾਡੇ ਨਾਲ ਆਣ ਕੇ ਭੋਜਨ ਕਰਾਂਗਾ और तुसी मेरे नाल। देख मैं द्वार पर खड़ा हुआ खटखटाता हूँ, यदि कोई मेरा शब्द सुनकर द्वार खोलेगा तो मैं उसके पास भीतर आकर उसके साथ भोजन करूंगा और वह मेरे साथ। प्रभु यीशु मसीह ने कहा कि मैं तुहाडे दिल ते खड़ा होकर खड़काउंदा हां, जे कोई मेरी आवाज नूं सुन के अपने दिल नूं खोलेगा मैं ਉਹਦੇ अंदर आवांगा और ਉਹਦੇ ਨਾਲ आ के भोजन करांगा और वो मेरे नाल करेगा। इसलिए प्रभु यीशु मसीह ने कहा जीवन दी रोटी मैं हां, जीवन दी रोटी मैं हां। तुहाडे बाप दादियां ने जंगल विच मन्ना खादा, वो मर गए, लेकिन मैं वो रोटी हां जिहड़ी स्वर्ग तो उतरी हां। तुहाडे बाप दादियां ने जंगल च मन्ना खादा, वो मर गए, लेकिन मैं वो रोटी हां जिहड़ी स्वर्ग चों उतरी हां। जिहड़ा मनुष्य मेरे विचों खाएगा वो अनंत काल तक ना मरेगा। बोलो आमीन, बोलो आमीन। यीशु मसीह ने कहा जो रोटी स्वर्ग तो उतरी वो मैं हां। जेकर कोई व्यक्ति मेरे विचों खाए, मेरे विचों पिए, वो सदा लई जिंदा रहेगा। और यीशु मसीह ने कहा जो रोटी जगत नूं मैं दवांगा वो मेरा मांस होएगा और मेरा लहू होएगा। यीशु मसीह ने कहा जब तक मैं पिता दे राज विच ना पहुंच जावां मैं दाख दा रस नहीं पीवांगा, अपने पिता दे राज च ना पहुंच जावां। परमेश्वर ने सानू अपना बदन ते लहू दिता है, वो बदन ते लहू नू तुसी ग्रहण करदे हो, पर तुहानू अज समझ नहीं आ रहा असी ये बदन ते लहू नू ग्रहण करदे हां, इहदा मतलब की है। पौलुस लिखता है यीशु मसीह ने कहा मेरी याद विच इस तरह करया करो, लेकिन यीशु मसीह ने कहा स्वर्ग तो उतरी रोटी मैं हां, जिहड़ा मेरे विचों खाएगा वो अनंत काल तक ना मरेगा। बोलो आमीन। अंत दे समय दे अंदर जदों शैतान दी मोहर दित्ती जाएगी और शैतान दी मोहर लोकां ते लगाई जाएगी, लेकिन जिहड़े परमेश्वर दे पवित्र लोक हन, जिहड़े परमेश्वर दे धर्मी लोक हन, वो अलग रहणगे, वो मोहर नूं नहीं लैणगे। लेकिन वचन च लिखिया जिस व्यक्ति दे उत्ते मोहर ना होवे शैतानी, वो व्यक्ति कोई भी चीज खरीद नहीं सकेगा, क्योंकि उस चिप दे नाल, वो मोहर दे नाल ओदी प्रॉपर्टी, ओदा बैंक बैलेंस, ओदा बैंक अकाउंट, ओदा आधार कार्ड और जो कुछ भी उस व्यक्ति दे फाइनेंस नाल रिलेटेड है वो मोहर दे नाल जोड़ दिता जाएगा। और तुसी कुछ भी खाण दे लई तुसी नहीं लै सकोगे उस समय। और ये हजारां सालां च नहीं होने लई जा रहा, ये केवल 3 ਤੋਂ 5 साल के अंदर अंदर होने लई जा रहा, मे बी उस तो भी पहला। की करोगे? कई लोग सोचते हैं कोई गल नहीं असीं माणवाली कर लांगे, जिहड़े लोकी समान लैके आउणगे उन्हां कोलों जाके लिया करांगे। की होएगा अंत दे समय च? हाँ जी कलीसिया की होएगा? किद्दां जिंदा रवांगे? क्योंकि असीं मोहर नहीं लैनी, ये क्लीयर है। लेकिन वचन च भी लिखिया वो चुने हुए लोगों भी भरमा लेगा।
ਕਈ ਲੋਕਾਂ ਨੂੰ, ਸਾਰੇ ਨਹੀਂ। ਜਦੋਂ ਇਬਰਾਹਿਮ ਲੂਤ ਨੂੰ ਛੁਡਾ ਕੇ ਲੈ ਕੇ ਆਇਆ, ਜਿੱਤ ਕੇ ਲਾਇਆ ਵਾਪਸ, ਤਾਂ ਰਸਤੇ ਵਿੱਚ ਉਹਨੂੰ ਮਲਿਕ ਸਦਕ ਮਿਲਿਆ, ਦਾਖ ਮਧੂ ਔਰ ਰੋਟੀ ਲੈ ਕੇ। ਵਚਨ 'ਚ ਲਿਖਿਆ, ਪਹਿਲਾ ਰਾਜਾ 19 ਅਧਿਆਇ ਉਹਦੀ 5 ਤੋਂ 7 ਆਇਤ ਪੜੋ। ਪਰਮੇਸ਼ਵਰ ਤੁਹਾਨੂੰ ਇਕੱਲਾ ਨਹੀਂ ਛੱਡੇਗਾ। ਤੁਹਾਨੂੰ ਲੱਗਦਾ ਹੈ ਕਿ ਤੁਸੀਂ ਧਰਤੀ ਉੱਤੇ ਇਕੱਲੇ ਹੋ, ਨੋ, ਅਸੀਂ ਇਕੱਲੇ ਨਹੀਂ ਹਾਂ। ਯਿਸੂ ਮਸੀਹ ਨੇ ਸਾਡੇ ਨਾਲ ਵਾਅਦਾ ਕੀਤਾ ਹੈ, ਉਹਦਾ ਪਵਿੱਤਰ ਆਤਮਾ ਸਾਡੇ ਨਾਲ ਹੈ। ਬੋਲੋ ਆਮੇਨ। ਉਹਦਾ ਪਵਿੱਤਰ ਆਤਮਾ ਸਾਡੇ ਨਾਲ ਹੈ। ਆਮੇਨ। ਪ੍ਰਭੂ ਯਿਸੂ ਮਸੀਹ ਨੇ ਇਹ ਵਾਅਦਾ ਦਿੱਤਾ ਹੈ ਸਾਨੂੰ, ਬਦਨ ਤੇ ਲਹੂ ਦਾ ਵਾਅਦਾ ਦਿੱਤਾ ਹੈ ਕਿ ਜੇ ਤੁਸੀਂ ਮੇਰੇ ਬਦਨ ਤੇ ਲਹੂ ਨੂੰ ਗ੍ਰਹਿਣ ਕਰੋਗੇ, ਅਨੰਤ ਕਾਲ ਤੱਕ ਤੁਸੀਂ ਨਾ ਮਰੋਗੇ। ਬੋਲੋ ਆਮੇਨ, ਬੋਲੋ ਆਮੇਨ। ਲੇਕਿਨ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ, ਆਉਣ ਵਾਲੇ ਸਮੇਂ ਦੇ ਅੰਦਰ ਤੁਸੀਂ ਸਤਾਵ ਦੇ ਲਈ ਤਿਆਰ ਰਹਿਣਾ ਹੈ। ਕਲੀਸਿਆ ਸਤਾਵ ਲਈ ਤਿਆਰ ਰਹਿਣਾ ਹੈ, ਸਹਿਣ ਲਈ ਤਿਆਰ ਰਹਿਣਾ ਹੈ, ਕਿਉਂਕਿ ਇਹ ਹੋਣ ਲਈ ਜਾ ਰਿਹਾ ਹੈ। ਬਾਈਬਲ 'ਚ ਲਿਖਿਆ, ਪਹਿਲਾ ਰਾਜਾ 19 ਅਧਿਆਇ 1 किंग चैप्टर 19 वर्स 5 to 7। वह झाऊ के पेड़ तले लेटकर सो गया, और देखो एक दूत ने उसे छूकर कहा, उठकर खा। उसने दृष्टि करके क्या देखा कि मेरे सिरहाने पत्थरों पर पकी हुई एक रोटी और एक सुराही पानी रखा है। तब उसने खाया और पिया और फिर लेट गया। दूसरी बार यहोवा का दूत आया और उसे छूकर कहा, उठकर खा, क्योंकि तुझे बहुत लंबी यात्रा करनी है। एलिया, बाइबल च लिखा, झाऊ के पेड़ के तले ने सो गया। एलिया ईजेबेल तो दौड़ गया और बड़ी दूर जाके सो गया। एलिया कहना सी परमेश्वर मैंने चुक लै। और वचन च लिखा, एक स्वर्गदूत उतरिया। कौन आया? बोलो। एक स्वर्गदूत आया, उन्हें एलिया ने छू के कहा, एलिया उठ के खाना खा। की कहा? कहो एक दूजे नू, एलिया ने कहा, एलिया नू स्वर्गदूत ने कहा, उठ ते खाना खा। एलिया नू स्वर्गदूत ने कहा, उठ ते खाना खा। एलिया नू स्वर्गदूत ने कहा, उठ ते खाना खा। एक दिन तेरे कोल भी परमेश्वर का स्वर्गदूत आएगा और तेनू उठा के कहेगा, उठ ते खाना खा। जब तुसी वचन नू पढ़ो, उत्ते लिखा 8 आयत के अंदर, तब उसने उठकर खाया पिया, उस भोजन से बल पाकर 40 दिन रात चलते चलते वो परमेश्वर के हाईवे पर पहुंच गया। एक फूड जड़ा दिता, एक फूड जड़ा स्वर्गदूत ने दिता एलिया नू, उन्होंने 40 दिन रात भुख नहीं लगी। हालेलुया। किन्ने लोगों को समझ आ रहा है? आज का वचन मैं तुहानू पहला ही दस्या, बियॉन्ड योर इमेजिनेशन होने वाला है। तुहाडियां सोचां तो परे, तुहाडे ब्रेन तो परे, तुहाडे माइंड तो परे। हालेलुया, हालेलुया। जिहड़ा स्वर्गदूत ने आण के भोजन दिता, एलिया ने खाधा और 40 दिन रात चलदा चलदा वो हरे पर्वत पे पहुंच गया। उस भोजन दे नाल ओनू इन्ना बल मिलिया। बोलो आमेन, बोलो आमेन। 2 बार भोजन दिता ओनू एलिया ने, स्वर्गदूत ने। कितनी बार? 2 बार। जदों एलिया ने पहली बार खादा, पहली बार खा के की होया, फिर वो लेट गया। दूजी बारी उन्हें फिर छू के कहा, उठ ते खा, तेनू लंबी यात्रा करनी है। तुहाडी यात्रा लंबी है, अनंत काल दी। कुछ लोगों की यात्रा छोटी है धरती के उत्ते, उस तो बाद यात्रा खत्म हो जाएगी नरक तक। साडी यात्रा लंबी है। जदों यीशु मसीह बदलां ते आएगा, असी उठाए जावांगे। फिर प्रभु यीशु मसीह सैकंड कमिंग च आएगा, असी प्रभु यीशु मसीह दे नाल आवांगे। जदों प्रभु यीशु मसीह दे नाल आवांगे और 1000 साल लई परमेश्वर राज करेगा धरती दे उत्ते, असी उहदे नाल राज करांगे। बोलो आमेन। असी यीशु मसीह दे नाल राज करांगे। बोलो आमेन। उस तो बाद शैतान
ਤੇ ਉਹਦੇ ਦੂਤ ਸਦਾ ਲਈ ਨਰਕ ਕੁੰਡ ਦੀ ਅੱਗ ਵਿੱਚ, ਗੰਧਕ ਦੀ ਅੱਗ ਵਿੱਚ ਸੁੱਟ ਦਿੱਤੇ ਜਾਣਗੇ। ਔਰ ਅਸੀਂ ਹਮੇਸ਼ਾ ਨਵੇਂ ਸਵਰਗ ਵਿੱਚ, ਨਵੇਂ ਯਰੂਸ਼ਲਮ ਦੇ ਅੰਦਰ, ਨਵੇਂ ਸਿਯੋਨ ਦੇ ਅੰਦਰ ਅਸੀਂ ਪਰਮੇਸ਼ਵਰ ਯੀਸ਼ੂ ਮਸੀਹ ਤੇ ਪਵਿੱਤਰ ਆਤਮਾ ਦੇ ਨਾਲ ਹਮੇਸ਼ਾ ਤੋਂ ਲੈ ਕੇ ਹਮੇਸ਼ਾ ਤੱਕ ਰਹਾਂਗੇ। ਬੋਲੋ ਆਮੈਨ। ਇਸ ਲਈ ਤੁਹਾਨੂੰ ਡਰਨ ਦੀ ਲੋੜ ਨਹੀਂ ਕਿ ਜੇ ਮੋਹਰ ਨਹੀਂ ਲੱਗੀ ਅਸੀਂ ਕੀ ਖਾਵਾਂਗੇ, ਕੀ ਪੀਵਾਂਗੇ। ਜਿਸ ਪਰਮੇਸ਼ਵਰ ਨੂੰ ਤੁਸੀਂ ਜਾਣਦੇ ਹੋ, ਮੰਨਦੇ ਹੋ, ਉਹਦੇ ਨਾਲ ਚੱਲਣਾ ਹੈ। ਇਸ ਲਈ ਉਹਦੇ ਨਾਲ ਵਫਾਦਾਰ ਹੋ ਜਾਓ। ਬਾਈਬਲ 'ਚ ਲਿਖਿਆ, ਜਦੋਂ ਸਵਰਗਦੂਤ ਕੁਰਨੀਲੀਅਸ ਕੋਲ ਆਇਆ, ਉਸ ਸਵਰਗਦੂਤ ਨੇ ਕੁਰਨੀਲੀਅਸ ਨਾਲ ਇੱਕ ਗੱਲ ਕਹੀ, ਹੇ ਕੁਰਨੀਲੀਅਸ, ਤੇਰੇ ਦਾਨ ਤੇ ਤੇਰੀਆਂ ਪ੍ਰਾਰਥਨਾਵਾਂ ਪਰਮੇਸ਼ਵਰ ਦੇ ਹਜ਼ੂਰ ਪਹੁੰਚ ਗਈਆਂ ਹਨ। ਜੇ ਕੁਰਨੀਲੀਅਸ ਦੇ ਕੋਲ ਸਵਰਗਦੂਤ ਆਇਆ, ਅਸੀਂ ਬਾਈਬਲ 'ਚ ਦੇਖਦੇ ਹਾਂ ਕਿ ਤੁਹਾਨੂੰ ਇਮਾਨਦਾਰ ਹੋਣਾ ਹੈ, ਆਪਣੀਆਂ ਦਾਨਾਂ ਦੇ ਅੰਦਰ ਤੇ ਦਸਵੰਧ ਦੇ ਅੰਦਰ ਇਮਾਨਦਾਰ ਹੋਣਾ ਹੈ। ਤੁਸੀਂ ਇਮਾਨਦਾਰ ਹੋਣਾ ਹੈ ਆਪਣੀ ਪ੍ਰਾਰਥਨਾ ਦੇ ਅੰਦਰ, ਤੁਸੀਂ ਇਮਾਨਦਾਰ ਹੋਣਾ ਹੈ ਆਪਣੀ ਫਾਸਟਿੰਗ ਦੇ ਅੰਦਰ, ਤੁਸੀਂ ਇਮਾਨਦਾਰ ਹੋਣਾ ਹੈ ਆਪਣੀ ਆਰਾਧਨਾ ਦੇ ਅੰਦਰ, ਇਮਾਨਦਾਰ ਹੋਣਾ ਹੈ ਵਚਨ ਦੇ ਅੰਦਰ, ਵਚਨ ਦੀਆਂ ਆਗਿਆਵਾਂ ਨੂੰ ਮੰਨਣਾ ਹੈ, ਤਾਂ ਕਿ ਅੰਤ ਸਮੇਂ ਪਰਮੇਸ਼ਵਰ ਤੁਹਾਡੇ ਨਾਲ ਰਹੇ। ਬੋਲੋ ਆਮੈਨ, ਬੋਲੋ ਆਮੈਨ। ਵਚਨ 'ਚ ਲਿਖਿਆ, ਨਿਰਗਮਨ ਦੀ ਪੁਸਤਕ 16 ਅਧਿਆਇ ਉਹਦੀ 4 ਅਤੇ 5 ਆਇਤ पढ़ो। तब यहोवा ने मूसा से कहा, देखो मैं तुम लोगों के लिए आकाश से भोजन वस्तु बरसाऊंगा और ये लोग प्रतिदिन बाहर जाकर प्रतिदिन का भोजन इकट्ठा करेंगे। इससे मैं उनकी परीक्षा करूंगा कि ये मेरी व्यवस्था पर चलेंगे कि नहीं। और ऐसा होगा कि 6वें दिन वह भोजन अन्य दिनों से दूना होगा, इसलिए जो कुछ वे उस दिन बटोरें उसे तैयार कर रखें। हालेलुया। ਜਦੋਂ मूसा इजरायली ਲੋਕਾਂ ਨੂੰ ਪਰਮੇਸ਼ਵਰ ਦੇ ਪਹਾੜ ਦੇ ਕੋਲ ਲੈ ਕੇ ਆਇਆ, ਉਸ ਸਮੇਂ ਉਹ ਜੰਗਲ ਦੇ ਅੰਦਰ ਕੋਈ ਸ਼ਾਪ ਨਹੀਂ ਸੀ। ਜੰਗਲ ਦੇ ਅੰਦਰ ਕੋਈ ਸ਼ਾਪ, ਕੋਈ ਸੁਪਰ ਸਟੋਰ, ਕੋਈ ਕੋਲਡ ਡਰਿੰਕ ਨਹੀਂ ਸੀ ਮਿਲਦੀ ਉੱਥੇ। ਕੋਈ ਪੁਆਇੰਟ ਨਹੀਂ ਸੀ ਜਿੱਥੇ ਬੰਦੇ ਆਪਣੇ ਮੋਬਾਈਲ ਚਾਰਜ ਕਰ ਸਕਣ। ਇਜ਼ਰਾਈਲੀ ਲੋਕਾਂ ਦਾ ਕੋਈ ਬੈਂਕ ਅਕਾਊਂਟ ਨਹੀਂ ਸੀ। ਬੈਂਕ 'ਚ ਜਾਣ, ਪੈਸਾ ਕਢਾ ਕੇ ਲਿਆਉਣ, ਕੋਈ ਦੁਕਾਨ ਤੇ ਜਾਣ, ਸਮਾਨ ਲੈ ਕੇ ਆਉਣ, ਇਦਾਂ ਦਾ ਕੋਈ ਵਿਵਸਥਾ ਨਹੀਂ ਸੀ। ਪਰਮੇਸ਼ਵਰ ਸਵਰਗ ਤੋਂ ਉਹਨਾਂ ਲਈ ਮੰਨਾ ਬਰਸਾਉਂਦਾ ਸੀ। ਕਿੰਨੇ ਲੋਕਾਂ ਨੂੰ ਸਮਝ ਆ ਰਹੀ ਅੱਜ? ਤੁਹਾਨੂੰ ਵਚਨ ਸਮਝ ਆ ਰਿਹਾ? ਕੋਈ ਸ਼ਾਪ ਨਹੀਂ ਸੀ, ਕੋਈ ਦੁਕਾਨ ਨਹੀਂ ਸੀ, ਕੋਈ ਮੋਬਾਈਲ ਨਹੀਂ ਸੀ, ਕੋਈ ਇੰਟਰਨੈਟ ਨਹੀਂ ਸੀ, ਕੋਈ ਅਕਾਊਂਟ ਨਹੀਂ ਸੀ, ਕੋਈ ਬੈਂਕ ਨਹੀਂ ਸੀ, ਪਰ ਪਰਮੇਸ਼ਵਰ ਆਪਣੇ 40 ਲੱਖ ਲੋਕਾਂ ਨੂੰ ਖਿਲਾਉਂਦਾ ਸੀ। ਬੋਲੋ ਕਲੀਸਿਆ ਆਮੈਨ। ਪਰਮੇਸ਼ਵਰ ਸਵਰਗ ਤੋਂ ਮੰਨਾ ਬਰਸਾਉਂਦਾ ਸੀ ਔਰ ਪ੍ਰਤੀ ਦਿਨ ਉਹ ਲੋਕ ਬਾਹਰ ਜਾ ਕੇ ਉਹਨੂੰ ਬਟੋਰ ਕੇ ਖਾ ਲੈਂਦੇ ਸਨ। ਬੋਲੋ ਆਮੈਨ, ਬੋਲੋ ਆਮੈਨ, ਬੋਲੋ ਆਮੈਨ। ਹਾਲੇਲੂਇਆ, ਹਾਲੇਲੂਇਆ। ਜਾਂ ਤਾਂ ਪਰਮੇਸ਼ਵਰ ਆਪਣੇ ਦੂਤਾਂ ਨੂੰ ਭੇਜੇਗਾ, ਜਾਂ ਫਿਰ ਪਰਮੇਸ਼ਵਰ ਤੁਹਾਡੇ ਘਰਾਂ ਦੇ ਉੱਤੇ ਮੰਨਾ ਬਰਸਾਏਗਾ ਅਗੇਨ। ਜਾਂ ਉਹ ਮਲਿਕ ਸਦਕ ਨੂੰ ਭੇਜੇਗਾ, ਜਾਂ ਉਹ ਦੂਤਾਂ ਨੂੰ ਭੇਜੇਗਾ, ਜਾਂ ਤੁਹਾਡੇ ਘਰਾਂ ਦੇ ਉੱਤੇ ਮੰਨਾ ਡਿੱਗੇਗਾ। ਹਾਲੇਲੂਇਆ। ਪਰ ਪਰਮੇਸ਼ਵਰ ਤੁਹਾਨੂੰ 버ਗਰ, ਪੀਜ਼ਾ, ਨੂਡਲਸ ਨਹੀਂ ਦੇਗਾ। ਸੌਰੀ ਟੂ ਸੇ। ਕੋਲਡ ਡਰਿੰਕ ਨਹੀਂ ਮਿਲੇਗੀ, ਕੱਪੜੇ ਨਹੀਂ ਦੇਗਾ ਬ੍ਰਾਂਡਡ। ਜਿਹੜੇ ਕੱਪੜੇ ਪਾਏ ਆ ਉਹ ਫਟਣਗੇ ਨਹੀਂ। ਹਾਲੇਲੂਇਆ। ਤੁਸੀਂ ਨਹੀਂ ਜਾਣਦੇ, ਪਰਮੇਸ਼ਵਰ ਚਾਹੁੰਦਾ ਹੈ ਉਹਦੇ ਲੋਕ ਉੱਠ ਕੇ ਖੜੇ ਹੋ ਜਾਣ। ਪਰਮੇਸ਼ਵਰ ਆਪਣੀ ਕਲੀਸਿਆ ਨੂੰ ਉਠਾਏ, ਲੇਕਿਨ ਪਰਮੇਸ਼ਵਰ ਉਹਨਾਂ ਕੰਨਾਂ ਨੂੰ ਵੀ ਚਾਹੁੰਦਾ ਹੈ ਜਿਹੜੇ ਉਹਦੀ ਆਵਾਜ਼ ਨੂੰ ਸੁਣ ਕੇ ਉਹਦੀ ਕਲੀਸਿਆ ਤੱਕ ਪਹੁੰਚਾ ਸਕਣ। ਇਸ ਲਈ ਅਸੀਂ ਇਸ ਸਿਸਟਮ ਨੂੰ ਇੰਪਲੀਮੈਂਟ ਕਰਨ ਲਈ ਜਾ ਰਹੇ ਹਾਂ ਕਿ ਤੁਹਾਡੀਆਂ ਜਿੰਨੀਆਂ ਵੀ ਪ੍ਰਾਰਥਨਾਵਾਂ ਹਨ ਉਹ ਵਲੰਟੀਅਰ ਸੁਣਨਗੇ, ਵਲੰਟੀਅਰ ਰਜਿਸਟਰ ਤੇ ਲਿਖਣਗੇ। ਅਗਰ ਤੁਹਾਡੇ ਲਈ ਪ੍ਰਾਰਥਨਾ ਦੀ ਜ਼ਰੂਰਤ ਹੈ ਤਾਂ ਵਲੰਟੀਅਰ ਪ੍ਰਾਰਥਨਾ ਵੀ ਕਰਨਗੇ। ਵਚਨ 'ਚ ਲਿਖਿਆ, ਪਰਮੇਸ਼ਵਰ ਪ੍ਰਤੀ ਦਿਨ ਉਹਨਾਂ ਲਈ ਭੋਜਨ ਬਰਸਾਉਂਦਾ ਸੀ ਔਰ ਰੋਜ਼ ਇਕੱਠਾ ਕਰਦੇ ਸਨ। ਲੇਕਿਨ 6ਵੇਂ ਦਿਨ ਪਰਮੇਸ਼ਵਰ ਦੁੱਗਣਾ ਦਿੰਦਾ ਸੀ। ਹਾਲੇਲੂਇਆ। ਕਿੰਨੇ ਲੋਕਾਂ ਨੇ ਈਗਲ ਦੇਖੀ ਹੈ? ਈਗਲ, ਈਗਲ, ਈਗਲ। ਬਾਜ, ਇਲ, ਉਕਾਬ।
ਕਿਸ ਨੂੰ ਕਹਿੰਦੇ ਹਨ? ਉਕਾਬ ਪੰਛੀ ਜਦੋਂ ਉਕਾਬ ਪੰਛੀ ਸਾਲ ਬਾਅਦ ਉਹ ਆਪਣੇ ਪੰਖਾਂ ਨੂੰ ਚਟਾਨਾਂ ਨਾਲ ਜਾ ਕੇ ਰਗੜਦਾ ਹੈ। ਕਿਹੜਾ ਪੰਛੀ? ਉਕਾਬ ਚਟਾਨਾਂ ਨਾਲ ਜਾ ਕੇ ਰਗੜਦਾ ਆਪਣੇ ਪੰਖਾਂ ਨੂੰ ਔਰ ਆਪਣੇ ਖੰਭ ਉਤਾਰਦਾ ਹੈ। ਆਪਣੇ ਖੰਭਾਂ ਨੂੰ, ਜਿਹੜੇ ਖੰਭ ਉਹਦੇ ਉੱਤੇ ਹੁੰਦੇ ਹਨ, ਉਕਾਬ ਪੰਛੀ ਕੀ ਕਰਦਾ ਹੈ? ਆਪਣੇ ਆਪ ਨੂੰ ਜਾ ਕੇ ਚਟਾਨਾਂ ਨਾਲ ਰਗੜਦਾ, ਆਪਣੇ ਆਪ ਨੂੰ ਲਹੂ ਲੋਹਾਨ ਕਰ ਦਿੰਦਾ, ਪੂਰੀ ਤਰ੍ਹਾਂ ਲਹੂ ਲੋਹਾਨ ਕਰ ਦਿੰਦਾ। ਔਰ ਜਿਹੜੇ ਉਹਦੇ ਤੇ ਪਰ ਹੁੰਦੇ ਹਨ ਉਹ ਸਾਰੇ ਪਰਾਂ ਨੂੰ ਉਤਾਰ ਦਿੰਦਾ ਹੈ ਔਰ ਪੂਰੀ ਤਰ੍ਹਾਂ ਦੇ ਨਾਲ ਉਹ ਮਰਨ ਦੇ ਕੰਢੇ ਪਹੁੰਚ ਜਾਂਦਾ ਹੈ। ਉਸ ਸਮੇਂ ਉਹ ਭੋਜਨ ਨਹੀਂ ਲੈ ਸਕਦੀ। ਉਕਾਬ ਭੋਜਨ ਆਪ ਨਹੀਂ ਖਾ ਸਕਦਾ। ਪਰਮੇਸ਼ਵਰ ਨੇ ਇੱਕ ਨਿਯਮ ਬਣਾਇਆ ਹੈ, 40 ਦਿਨ ਤੱਕ 40 ਡੇਜ਼ ਈਗਲ ਉਸ ਸਮੱਸਿਆ 'ਚ ਰਹਿੰਦੀ ਹੈ। ਉਕਾਬ ਪੰਛੀ ਉਸ ਸਮੱਸਿਆ 'ਚ ਰਹਿੰਦਾ ਹੈ। ਉਹ 40 ਦਿਨ ਤੱਕ ਇਦਾਂ ਦੀ ਸਮੱਸਿਆ ਨਾਲ ਰਹਿੰਦਾ ਹੈ, ਉਹ ਭੋਜਨ ਨਹੀਂ ਲੈ ਸਕਦਾ। ਲੇਕਿਨ ਜਿਹੜੇ ਬੁੱਢੇ ਉਕਾਬ ਹੁੰਦੇ ਹਨ, ਬੁੱਢੀਆਂ ਈਗਲਸ ਹੁੰਦੀਆਂ ਹਨ, ਉਹ ਜਾਣਦੀਆਂ ਹਨ ਇਸ ਸਿਚੁਏਸ਼ਨ ਨੂੰ। ਜਿਹੜੀਆਂ ਬੁੱਢੀਆਂ ਈਗਲਸ ਉਹ ਆਉਂਦੀਆਂ ਹਨ ਔਰ ਉਹਦੇ ਕੋਲ ਭੋਜਨ ਸੁੱਟ ਕੇ ਜਾਂਦੀਆਂ ਹਨ, ਬੁੱਢੀਆਂ ਈਗਲਸ, ਕਿ ਉਹ ਖਾ ਸਕੇ। ਔਰ 40 ਦਿਨ ਬੁੱਢੀਆਂ ਈਗਲਸ ਉਹਨੂੰ ਪਾਲਦੀਆਂ ਹਨ ਔਰ ਉਸ ਤੋਂ ਬਾਅਦ ਉਹਦੇ ਫਿਰ ਦੁਬਾਰਾ ਖੰਭ ਆ ਜਾਂਦੇ ਹਨ ਔਰ ਉਹ ਪੰਛੀ ਉੜ ਜਾਂਦਾ ਹੈ। ਹਾਲੇਲੂਇਆ। ਬਾਈਬਲ 'ਚ ਲਿਖਿਆ, ਲੂਕਾ ਦੀ ਪੁਸਤਕ 9 ਅਧਿਆਏ ਉਹਦੀ 28 ਤੇ 29 ਆਇਤ वचन ਨੂੰ पढ़ो। इन बातों को कोई 8 दिन बाद वह पतरस, यूहन्ना और याकूब को साथ लेकर प्रार्थना करने के लिए पहाड़ पर गया। जब वह प्रार्थना कर ही रहा था तो उसके चेहरे का रूप बदल गया और उसका वस्त्र श्वेत होकर चमकने लगा। हालेलुया। जब प्रभु यीशु मसीह पतरस, यूहन्ना ते याकूब ਨੂੰ प्रार्थना ਦੇ ਪਹਾੜ ਤੇ ਲੈ ਕੇ ਗਿਆ ਔਰ ਉਸ ਜਗ੍ਹਾ ਤੇ ਬਾਈਬਲ 'ਚ ਲਿਖਿਆ, ਪ੍ਰਭੂ ਯੀਸ਼ੂ ਮਸੀਹ ਦਾ ਰੂਪਾਂਤਰਣ ਹੋ ਗਿਆ। ਪ੍ਰਭੂ ਯੀਸ਼ੂ ਮਸੀਹ ਦਾ ਕੀ ਹੋ ਗਿਆ? ਰੂਪਾਂਤਰਣ ਹੋ ਗਿਆ। ਉਹਦੇ ਚਿਹਰੇ ਦਾ ਰੂਪ ਬਦਲ ਗਿਆ, ਉਹਦੇ ਵਸਤਰ ਸ਼ਵੇਤ ਹੋ ਕੇ ਚਮਕਣ ਲੱਗ ਪਏ। ਮੈਂ ਤੁਹਾਡੇ ਜੀਵਨਾਂ ਦੇ ਉੱਤੇ ਘੋਸ਼ਣਾ ਕਰਦਾ ਹਾਂ, ਯੀਸ਼ੂ ਮਸੀਹ ਦੇ ਨਾਮ ਵਿੱਚ ਆਉਣ ਵਾਲੇ ਦਿਨਾਂ ਵਿੱਚ ਤੁਹਾਡਾ ਰੂਪ ਬਦਲਣ ਲਈ ਜਾ ਰਿਹਾ ਹੈ। ਤੁਹਾਡੇ ਕੱਪੜੇ ਬਦਲਣ ਲਈ ਜਾ ਰਹੇ ਹਨ। ਤੁਹਾਡੇ ਕੱਪੜੇ ਚਮਕਣਗੇ, ਤੁਹਾਡਾ ਰੂਪ ਬਦਲਣ ਲਈ ਜਾ ਰਿਹਾ ਹੈ। ਪਰਮੇਸ਼ਵਰ ਤੁਹਾਡੇ ਰੂਪ ਨੂੰ ਬਦਲ ਦੇਵੇਗਾ। ਜਦੋਂ ਲੋਕ ਤੁਹਾਨੂੰ ਦੇਖਣਗੇ, ਉਹ ਲੋਕ ਤੁਹਾਡੇ ਵਿੱਚੋਂ ਯੀਸ਼ੂ ਮਸੀਹ ਨੂੰ ਦੇਖਣਗੇ। ਯੀਸ਼ੂ ਮਸੀਹ ਸਾਖਸ਼ਾਤ ਤੁਹਾਡੇ ਵਿੱਚੋਂ ਨਜ਼ਰ ਆਏਗਾ। ਜਦ ਤੁਸੀਂ ਹੱਥ ਉਠਾਓਗੇ, ਤੁਹਾਡੇ ਹੱਥਾਂ ਵਿੱਚੋਂ ਉਹਨਾਂ ਨੂੰ ਛੇਦ ਨਜ਼ਰ ਆਉਣਗੇ। ਆ ਤੁਹਾਡੇ ਹੱਥਾਂ ਵਿੱਚੋਂ ਛੇਦ ਨਜ਼ਰ ਆਉਣਗੇ। ਉਹ ਤੁਹਾਡੀ ਪਸਲੀ ਨੂੰ ਦੇਖਣਗੇ, ਤੁਹਾਡੀ ਪਸਲੀ ਵਿੱਚ ਨੇਜਾ ਵੱਜਾ ਨਜ਼ਰ ਆਏਗਾ। ਪਰਮੇਸ਼ਵਰ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਲੋਕਾਂ ਦੇ ਲਈ ਕਰਨ ਲਈ ਜਾ ਰਿਹਾ ਹੈ। ਜਿੱਦਾਂ ਪ੍ਰਭੂ ਯੀਸ਼ੂ ਮਸੀਹ ਦਾ ਰੂਪ ਬਦਲ ਗਿਆ, ਉਹ ਪਰਿਵਰਤਿਤ ਹੋ ਗਿਆ, ਤੁਸੀਂ ਪਰਿਵਰਤਿਤ ਹੋ ਜਾਓਗੇ, ਬਦਲ ਜਾਓਗੇ ਔਰ ਤੁਹਾਡੇ ਕੱਪੜੇ ਚਮਕਣਗੇ, ਤੁਹਾਡਾ ਚਿਹਰਾ ਚਮਕੇਗਾ। ਲੋਕ ਤੁਹਾਨੂੰ ਦੇਖ ਕੇ ਕਹਿਣਗੇ, ਤੁਸੀਂ ਇਸ ਧਰਤੀ ਦੇ ਨਹੀਂ ਹੋ, ਤੁਸੀਂ ਇਸ ਧਰਤੀ ਦੇ ਨਹੀਂ ਹੋ। ਤੁਸੀਂ ਕਹੋਗੇ, ਮੇਰੀ ਸਿਟੀਜ਼ਨ स्वर्ग ਦੀ ਹੈ, ਮੈਂ स्वर्ग ਦਾ ਵਾਸੀ ਹਾਂ। ਮੈਨੂੰ ਪਰਮੇਸ਼ਰ ਨੇ ਉਤਾਰਿਆ ਹੈ ਇਸ ਸੰਸਾਰ ਦੇ ਅੰਦਰ, ਮੈਂ ਸੰਸਾਰ ਨੂੰ ਬਦਲ ਦੇਵਾਂ। ਸੰਸਾਰ ਨੂੰ ਬਦਲਣ ਵਾਲੇ ਲੋਕ ਹੋਣਗੇ ਜਿਹੜੇ ਪਰਮੇਸ਼ਵਰ ਦੇ ਨਾਲ ਵਫਾਦਾਰ ਹੋਣਗੇ। ਹਰ ਪੈਰਾਮੀਟਰ ਦੇ ਅੰਦਰ, ਹਰ ਪੁਆਇੰਟ ਦੇ ਅੰਦਰ ਉਹ ਪਰਮੇਸ਼ਵਰ ਦੀ ਆਗਿਆ ਮੰਨਣ ਵਾਲੇ ਔਰ ਪਰਮੇਸ਼ਵਰ ਦੇ ਵਚਨਾਂ ਤੇ ਚੱਲਣ ਵਾਲੇ, ਪਰਮੇਸ਼ਵਰ ਦੀਆਂ ਸਾਰੀਆਂ ਆਗਿਆਵਾਂ ਨੂੰ ਪੂਰਾ ਕਰਨ ਵਾਲੇ ਉਹ ਲੋਕ ਹੋਣਗੇ ਜਿਨ੍ਹਾਂ ਦੇ ਦੁਆਰਾ ਪਰਮੇਸ਼ਵਰ ਚਮਤਕਾਰ ਕਰੇਗਾ। ਹਾਲੇਲੂਇਆ। ਪਰਮੇਸ਼ਵਰ ਚਾਹੁੰਦਾ ਹੈ ਉਹਦੇ ਲੋਕ ਉਹਦੀ ਮੰਨਣ, ਉਹਦੇ ਵਚਨ ਨੂੰ ਸੁਣਨ, ਉਹਦੀਆਂ ਆਗਿਆਵਾਂ ਨੂੰ ਮੰਨਣ, ਉਹਦੀਆਂ ਆਗਿਆਵਾਂ ਤੇ ਚੱਲਣ। ਤੁਹਾਡੇ ਵਿੱਚੋਂ ਪਵਿੱਤਰ ਆਤਮਾ ਪ੍ਰੇਰਿਤ ਕਰੇਗਾ ਲੋਕਾਂ ਨੂੰ। ਪਰਮੇਸ਼ਵਰ ਕੱਢੇਗਾ ਬਾਹਰ, ਸੰਸਾਰ ਚੋਂ ਬਾਹਰ ਕੱਢੇਗਾ ਤੁਹਾਨੂੰ। ਪਰਮੇਸ਼ਵਰ ਸੰਸਾਰ ਚੋਂ ਬਾਹਰ ਕੱਢੇਗਾ ਔਰ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰੇਗਾ। ਆਉਣ ਵਾਲੇ ਦਿਨਾਂ 'ਚ ਪਰਮੇਸ਼ਵਰ ਤੁਹਾਡੇ ਨਾਲ ਗੱਲ ਕਰੇਗਾ ਔਰ ਤੁਸੀਂ ਸੰਸਾਰ ਤੋਂ ਵੱਖਰੇ ਹੋ ਜਾਓਗੇ। ਕੁਝ ਲੋਕ ਇਹ ਨਾ ਸੋਚਣ, ਅਸੀਂ ਲੋਕਾਂ ਨੂੰ ਮਿਲਦੇ ਘੱਟ ਹਾਂ, ਆਉਂਦੇ ਘੱਟ ਹਾਂ, ਫੋਨ ਘੱਟ ਕਰਦੇ ਹਾਂ। ਅਸੀਂ ਜੋ ਵੀ ਕਰ ਰਹੇ ਹਾਂ ਉਹ ਤੁਹਾਡੇ ਲਈ ਹੀ ਕਰ ਰਹੇ ਹਾਂ। ਜੋ ਪਰਮੇਸ਼ਵਰ ਮਸਾ ਦਿੰਦਾ ਹੈ ਉਹ ਮੇਰੇ ਲਈ ਨਹੀਂ ਹੈ, ਉਹ ਤੁਹਾਡੇ ਲਈ ਹੈ। ਜਿਹੜਾ ਮੇਰੇ
ਅਗਵੇ ਦੇ ਉੱਤੇ ਮਸਾ ਹੈ ਉਹ ਮੇਰੇ ਲਈ ਹੈ, ਜੋ ਅਸੀਂ ਕਰਦੇ ਹਾਂ ਉਹ ਤੁਹਾਡੇ ਲਈ ਹੈ। ਹਾਲੇਲੂਇਆ, ਹਾਲੇਲੂਇਆ। ਇਸ ਲਈ ਬਾਈਬਲ 'ਚ ਲਿਖਿਆ ਪਰਮੇਸ਼ਵਰ ਚਾਹੁੰਦਾ ਹੈ ਅੰਤ ਸਮੇਂ ਦੇ ਅੰਦਰ ਉਹ ਆਪਣੇ ਲੋਕਾਂ ਦੇ ਉੱਤੇ ਅਦਭੁਤ ਅਨੁਗ੍ਰਹਿ ਨੂੰ ਉਤਾਰੇ। ਬੋਲੋ ਆਮੈਨ, ਬੋਲੋ ਆਮੈਨ। प्रकाशित वाक्य 11 अध्याय 1, 2, 3 आयत पढ़ो। फिर मुझे नापने के लिए एक सरकंडा दिया गया और किसी ने कहा, उठ परमेश्वर के मंदिर और वेदी और उसमें उपासना करने वालों को नाप ले, पर मंदिर के बाहर का आंगन छोड़ दे, उसे मत नाप, क्योंकि वह अन्य जातियों को दिया गया है और वे पवित्र नगर को 42 महीने तक रौंदेंगी। मैं अपने 2 गवाहों को यह अधिकार दूंगा कि टाट ओढ़े हुए 1260 दिन तक भविष्यवाणी करें। हालेलुया। परमेश्वर शैतान ਨੂੰ ਅਧਿਕਾਰ ਦੇਗਾ 3.5 ਸਾਲ ਦਾ। 3.5 ਸਾਲ ਦਾ ਕੋ ਅਧਿਕਾਰ ਹੋਏਗਾ। ਉਹ ਪਰਮੇਸ਼ਵਰ ਦੀ ਕਲੀਸਿਆ ਨੂੰ ਰੋਂਦੇ, ਲੋਕਾਂ ਉੱਤੇ ਸਮੱਸਿਆਵਾਂ ਲੈ ਕੇ ਆਏ, ਪ੍ਰੋਬਲਮ ਲੈ ਕੇ ਆਏ, ਕੁਝ ਲੋਕਾਂ ਦਾ ਜ਼ਿੰਦਾ ਕਤਲ ਕਰ ਦਵੇ। ਇਟ ਵਿਲ ਹੈਪਨ, ਇਹ ਹੋਏਗਾ। ਲੇਕਿਨ ਪਰਮੇਸ਼ਵਰ ਆਪਣੇ ਲੋਕਾਂ ਨੂੰ ਸਾਮਰਥ ਦੇਗਾ, ਆਪਣੇ ਲੋਕਾਂ ਨੂੰ ਅਨੁਗ੍ਰਹ ਹੋਏਗਾ। ਬਹੁਤ ਸਾਰੇ ਲੋਕ ਵੱਧ ਹੋਣ ਲਈ ਤਿਆਰ ਕੀਤੇ ਗਏ ਹਨ। ਬਹੁਤ ਸਾਰੇ ਲੋਕ ਸਹਿਣ ਦੇ ਲਈ ਤਿਆਰ ਕੀਤੇ ਗਏ ਹਨ। ਆਪਣੇ ਆਪ ਨੂੰ ਤਿਆਰ ਕਰਨਾ ਹੈ। ਜੇ ਸਾਹਮਣੇ ਮੌਤ ਵੀ ਆ ਜਾਵੇ, ਡਰਨਾ ਨਹੀਂ ਉਸ ਸਮੇਂ, ਭੱਜਣਾ ਨਹੀਂ ਉਸ ਸਮੇਂ। नाइजीरिया के अंदर, ईरान के अंदर, इराक के अंदर मसीही लोगों को लाइन च लगा दिता गया। लाइन च लगा दिता गया, तुसी वीडियो देखिया होनी, और उन्होंने सिर वड़ दिते गए। जे इदा ना समा भी आ जाए, इदा ना समा भी आ जाए, दौड़ना नहीं है, दे देना है अपने आप को। बाइबल च लिखिया उन्हां तो नहीं डरना जिहड़े शरीर का नाश करते हैं, उस तो डरो जिहड़ा शरीर ते आत्मा दोनों नूं नरक विच पाउण दी सामर्थ रखदा है। इसलिए सताव तो नहीं डरना, समस्यावां तो नहीं डरना, शैतानी मोहर तो नहीं डरना, क्योंकि परमेश्वर अपने लोकां नूं सहण दी शक्ति भी देगा और नाल सामर्थ भी देगा, अभिषेक भी देगा और अंत समय दा अभिषेक भी देगा। इसलिए बाइबल च लिखिया ओ अंत समय दे उत्ते पवित्र आत्मा सारे मनुखां उत्ते उंडेलिया जाएगा। तुहाडे बेटे दे बेटियां भविष्यवाणी करनगे। ओ भविष्यवाणी इदां नहीं कि अज भविष्यवाणी कीती तो 10 साल बाद पूरी होई, ओ भविष्यवाणी होएगी चल गोभी बाहर आ, उस समय पूरी हुंदी देखोगे जिहड़ी पतीले च पई होएगी। कमांड करनगे लोग, कमांड करनगे और होएगा, इट विल हैपन एट सेम टाइम। इसलिए डरना नहीं है। वचन च लिखिया कुछ लोग परमेश्वर के वचना के कान नहीं लाउणगे। निर्गमन की पुस्तक 19 अध्याय 7 आयत तो पढ़ो। तब मूसा ने आकर लोगों के पुरनियों को बुलवाया और ये सब बातें जिनके कहने की आज्ञा यहोवा ने उसे दी थी उनको समझा दी। और सब लोग मिलकर बोल उठे, जो कुछ यहोवा ने कहा है वह सब हम नित्य करेंगे। लोगों की यह बातें मूसा ने यहोवा को सुनाई। तब यहोवा ने मूसा से कहा, सुन, मैं बादल के अंधियारे में होकर तेरे पास आता हूँ, इसलिए कि जब मैं तुझसे बातें करूं तब वे लोग सुने और सदा तुझ पर विश्वास करें। और मूसा ने यहोवा से लोगों की बातों का वर्णन किया। यहोवा ने मूसा से कहा, लोगों के पास जा और उन्हें आज और कल पवित्र करना, और वे अपने वस्त्र धो लें और वे 3रे दिन तक तैयार हो जाएं, क्योंकि 3रे दिन यहोवा सब लोगों के देखते सीनै पर्वत पर उतर आएगा। और तू लोगों के लिए चारों ओर बाड़ा बांध देना और उनसे कहना, तुम सचेत रहो कि पर्वत पर न चढ़ो
और उसकी सीमा को भी न छुओ, और जो कोई पहाड़ को छुए वह निश्चय मार डाला जाए। उसको कोई हाथ से न छुए, जो छुए उस पर पथराव किया जाए या उसे तीर से छेदा जाए। चाहे पशु हो चाहे मनुष्य, वह जीवित न बचे। जब महाशब्द वाले नरसिंगे का शब्द देर तक सुनाई दे, तब लोग पर्वत के पास आए। तब मूसा ने पर्वत पर से उतरकर लोगों के पास आकर उनको पवित्र कराया, और उन्होंने अपने वस्त्र धो लिए। और उसने लोगों से कहा, तीसरे दिन तक तैयार हो जाओ, स्त्री के पास न जाना। जब तीसरा दिन आया, तब भोर होते ही बादल गरजने और बिजली चमकने लगी, और पर्वत पर काली घटा छा गई। फिर नरसिंगे का बड़ा भारी शब्द हुआ, और छावनी में जितने लोग थे सब कांप उठे। तब मूसा लोगों को परमेश्वर से भेंट करने के लिए छावनी से निकाल ले आया, और वे पर्वत के नीचे खड़े हुए। और यहोवा जो आग में होकर सीनै पर्वत पर उतरा था, इस कारण समस्त पर्वत धुएं से भर गया, और उसका धुआं भट्टे का सा उठ रहा था, और समस्त पर्वत बहुत कांप रहा था। फिर जब नरसिंगे का शब्द बढ़ता और बहुत भारी होता गया, तब मूसा बोला, और परमेश्वर ने वाणी सुनाकर उसको उत्तर दिया। और यहोवा सीनै पर्वत की चोटी पर उतरा, और मूसा को पर्वत की चोटी पर बुलाया, और मूसा ऊपर चढ़ गया। तब यहोवा ने मूसा से कहा, नीचे उतर के लोगों को चेतावनी दे, कहीं ऐसा ना हो कि वह बाड़ा तोड़ के यहोवा के पास देखने को घुसे, और उनमें से बहुत से नष्ट हो जाएं। और याजक जो यहोवा के समीप आया करते हैं, वे भी अपने को पवित्र करें, कहीं ऐसा ना हो कि यहोवा उन पर टूट पड़े। मूसा ने यहोवा से कहा, वे लोग सीनै पर्वत पर नहीं चढ़ सकते। तूने तो आप हमको यह कहकर चिताया कि पर्वत के चारों ओर बाड़ा बांधकर उसे पवित्र रखो। यहोवा ने उससे कहा, उतर तो जा, और हारून समेत तू ऊपर आ, परंतु याजक और साधारण लोग यहोवा के पास बाड़ा तोड़ के न चढ़ाएं, ऐसा न हो कि वह उन पर टूट पड़े। अतः ये बातें मूसा ने लोगों के पास उतर के उनको सुनाई। हालेलुया। मूसा ने बहुत सारियां आज्ञावां इजरायली लोगों ਨੂੰ ਦਿੱਤੀਆਂ, और परमेश्वर यहोवा ने कहा कि अपने लोगों ਨੂੰ कहे वो अपने आप ਨੂੰ पवित्र करन। अपने लोगों ਨੂੰ कहे अपने आप ਨੂੰ पवित्र करन। कलीसिया, परमेश्वर आखदा है अपने आप ਨੂੰ पवित्र करो, अपने आप ਨੂੰ पूरी तरह नाल अपने आप ਨੂੰ पवित्र करो, पूरी तरह नाल पवित्र करो। अपने वस्त्रां ਨੂੰ ਯਸੂ ਦੇ ਲਹੂ 'ਚ ਧੋ ਲਵੋ, अपने दिल ਨੂੰ ਯਸੂ ਦੇ ਲਹੂ 'ਚ ਧੋ ਲਵੋ, अपने जीवन ਨੂੰ ਯਸੂ ਦੇ ਲਹੂ 'ਚ ਛਪਾ ਲਵੋ, और पूरी तरह पवित्रताई दे नाल जीवन व्यतीत करो। जे तुसी पूरी तरह पवित्र हो जाओगे, तब परमेश्वर तुहाडा इस्तेमाल करेगा। बोलो आमीन, बोलो आमीन। जेड़े लोग मूसा दे विरोध विच बोलदे सन, वो कनान नहीं पहुंचे। कनान केवल कनान कौन पहुंचा? यहोशू ते कालेब, और जेड़े उन्हां दे डिसेंडेंट सन, इजरायली लोगों के अगे बच्चे सन, वो पहुंचे। लेकिन जेड़े बुड़बुड़ाउंदे सन, जेड़े कुड़कुड़ाउंदे सन, वो मर गए। कुड़कुड़ाउण वाली कलीसिया नहीं चाहिए, कुड़कुड़ाउण वाले लोग नहीं चाहिए। परमेश्वर नू पवित्र लोग चाहिए हैं। हालेलुया। कि परमेश्वर इदां दे लोगों को पसंद करेगा जिहड़ा तुहाडे नाल गल्लां करदा होवे, लेकिन उहदे हत्थ पिछे छुरी फड़ी होवे। जे तुसीं पिछों देखो तां उहदे हत्थ विच छुरी होवे। कि तुसीं इदां दे लोगों को पसंद करोगे? कोई करेगा पसंद? परमेश्वर पसंद करेगा इदां दे लोगों को। नहीं करेगा पसंद इदां दे लोगों को। इसलिए जो तुसी अंदरों दिखाई दिंदे हो, तुसी बाहरों भी उदां दे होने चाहिए हो। अपने आप को पवित्र करो, अपने आप को यीशु दे लहू नाल धो लो, पूरी तरह पवित्र कर लो। संसार दियां चीजां चों बाहर आ जाओ, संसार दे गल्लां चों बाहर आ जाओ, संसार चों बाहर आ जाओ। संसार विच की है? अखां दी अभिलाषा, शरीर दी अभिलाषा ते जीविका दा कमंड। अखां दी अभिलाषा नाल लोग फसदे हन। कमंड लोकां नूं नाश कर वल ले जांदा है। अंत दे समय सुनो मेरी गल,
ਜਦੋਂ ਸਪਲਾਈ ਚੀਜ਼ਾਂ ਦੀ ਬੰਦ ਹੋ ਜਾਏਗੀ, ਲੋਕੀ ਪੈਸਾ ਸੁੱਟਣਗੇ ਆਪਣਾ ਬਾਹਰ, ਸੋਨਾ ਸੁੱਟਣਗੇ ਬਾਹਰ ਆਪਣਾ ਚੱਕ ਕੇ, ਕੰਮ ਨਹੀਂ ਆਏਗਾ ਉਹਨਾਂ ਦੇ। परमेश्वर दे लोग उस समय, परमेश्वर दे लोग उस समय चमकणगे, चमकणगे, चमकणगे। ਤੁਹਾਨੂੰ ਲੱਗਦਾ ਬੈਂਕ ਅਕਾਊਂਟਾਂ 'ਚ ਪੈਸਾ ਜਮਾ ਕਰ ਲਿਆ ਕੰਮ ਆਏਗਾ? ਨਹੀਂ ਆਏਗਾ, ਕਿਉਂਕਿ ਉਹ ਤਾਂ ਕੁਝ ਹੀ ਸਾਲਾਂ ਵਿੱਚ ਸੀਲ ਹੋ ਜਾਏਗਾ, ਉਹ ਮਿਲਣਾ ਨਹੀਂ। ਫਿਰ ਕੀ ਕੰਮ ਆਏਗਾ? ਬਿਨਾਂ ਚੀਜ਼ ਤੋਂ ਤਾਂ ਲੈਣ ਦੇਣ नहीं कर सकते। कैशलेस खत्म हो जाएगा, कैशलेस हो जाएगा, कैशलेस हो जाएगा। कैश तो रहने नहीं देंगे। सारा कुछ डिजिटल हो जाएगा। परमेश्वर अपने लोगों ਨੂੰ ਉਨੀ ਹੀ ਵੱਧ ਸਾਮਰਥ ਦੇਵੇਗਾ। ਆਪਣੇ ਆਪ ਨੂੰ ਪਵਿੱਤਰ ਕਰੋ, ਪੂਰੀ ਤਰ੍ਹਾਂ ਨਾਲ ਪਵਿੱਤਰ ਕਰੋ। ਜਿੱਥੇ ਜਿੱਥੇ ਤੁਸੀਂ ਨਹੀਂ ਵਫਾਦਾਰ, ਉੱਥੇ ਵਫਾਦਾਰ ਹੋ ਜਾਓ। ਪੂਰੀ ਤਰ੍ਹਾਂ ਨਾਲ ਪਰਮੇਸ਼ਰ ਦੇ ਨਾਲ ਵਫਾਦਾਰ ਹੋ ਜਾਓ। ਪ੍ਰਾਰਥਨਾਵਾਂ ਦੇ ਅੰਦਰ, ਆਰਾਧਨਾ ਦੇ ਅੰਦਰ, ਉਪਵਾਸ ਦੇ ਅੰਦਰ ਵਫਾਦਾਰ ਹੋ ਜਾਓ। ਹਾਲੇਲੂਇਆ। ਵਫਾਦਾਰ ਹੋ ਜਾਓ ਪੂਰੀ ਤਰ੍ਹਾਂ ਨਾਲ। ਮੰਨਤਾਂ ਦੇ ਅੰਦਰ, ਆਫਰਿੰਗ ਦੇ ਅੰਦਰ, ਦਸ਼ਵਾਂਸ਼ ਦੇ ਅੰਦਰ ਪੂਰੀ ਤਰ੍ਹਾਂ ਵਫਾਦਾਰ ਹੋ ਜਾਓ ਪਰਮੇਸ਼ਰ ਦੇ ਨਾਲ। ਪੂਰੀ ਤਰ੍ਹਾਂ ਪਵਿੱਤਰਤਾ ਦੇ ਨਾਲ ਚੱਲੋ। ਪਰਮੇਸ਼ਰ अद्भुत अनुग्रह करने लिए जा रहा है। गवर्नमेंट लोगों को कहेगी अपना पैसा जमा करो, अपना पैसा जमा करो, अपना पैसा जमा करो। लोग सारा पैसा अकाउंट में जमा कर देंगे। एक दिन गवर्नमेंट स्टेटमेंट देगी, तुसी एक दिन च 500 तो वध कढ नहीं सकते अपने अकाउंट चो। मेरे शब्दां नूं ध्यान रखना। उस समय परमेश्वर दे धर्मी लोग सूरज के समान चमकणगे यीशु मसीह दे नाम च।